ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ ਦੁਪਦੇ। ਨਾ ਮੈਂ ਜੋਗ ਧਿਆਨ ਚਿਤ ਲਾਇਆ। ਬਿਨ ਬੈਰਾਗ ਨ ਛੁਟ ਸਮਾਇਆ। कैसे जीवन होए हमारा। जब ना होए राम नाम आधारा। कैसे जीवन होए हमारा। जब ना होए राम नाम आधारा। रहाओ कहो कबीर खोजो असमान। राम समान न देखो आन। कहो कबीर खोजो असमान। राम समान न देखो आन। परम सन्मानयोग जुगो जुग अटल चबर तख्त दे मालक साहिब सतगुरु धन धन गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनो आओ लड़ीवार कथा विचार दे नाल जुड़ीए। लड़ीवार चल रही कथा विचार गौड़ी कबीर जी दुपदे दो पदियां वाले शब्द। आओ गुरमुखो विचारां दी आरंभता करन तो पहला सारी संगत इक्को बार कहण ते गज के आखो वाहिगुरू जी का खालसा वाहिगुरू जी की फतेह। भगत कबीर जी अज दे शब्द अंदर दो पदियां वाले शब्दां अंदर बड़ी कीमती विचार साढ़े सन्मुख रख रहे ने। भगत कबीर जी कह रहे ने कैसे जीवन होए हमारा। जब ना होए राम नाम आधारा। सतगुरु कबीर जी ने इत्थे साडी जिंदगी दी जीवन दी गल कीती है। कबीर जी कह रहे ने जे घर तेरी जिंदगी विच तेरे जीवन विच तेरे किरदार विच उस परमात्मा का नाम नहीं है, उस मालक दी विचार नहीं है, तो तेरा जीवन किसी अर्थ नहीं है। पातशाह जी कह रहे ने इस पावन पवित्र वचन अंदर। पातशाह जी कहते माया इतनी प्रबल है, इतनी मजबूत है, जे सानू प्रभु दे नाम दा आसरा ना होवे ना सही जीवन असी जियो नहीं सकते। असी इत्थे तुरे फिरदे हाँ, काम काज करते हाँ, आसरा है सानू जी परमात्मा दे नाम दा। नाम के धारे सगले जंत, नाम के धारे खंड ब्रह्मंड। सारिਆਂ ਨੂੰ ਇਹ ਧਰਤੀ ਨੂੰ ਸੰਸਾਰ ਨੂੰ ਦੁਨੀਆ ਨੂੰ ਹਰ ਇੱਕ ਜੀਵ ਨੂੰ ਨਾਮ ਦਾ ਆਸਰਾ ਹੈ। ਹੁਣ ਨਾਮ ਕੀ ਹੈ? ਉਸ ਮਾਲਕ ਦਾ ਹੁਕਮ ਕਹਿ ਲੋ, ਰਜ਼ਾ ਕਹਿ ਲੋ, ਭਾਣਾ ਕਹਿ ਲੋ। ਉਸ ਨਿਯਮ ਨੂੰ ਸਮਝ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਨਾਮ ਹੈ। ਇਹ ਇੱਥੇ ਮਹਾਰਾਜ ਨੇ ਬੜੀ ਪਿਆਰੀ ਵਿਚਾਰ ਦਿੱਤੀ ਵੀ ਮਾਇਆ ਦੀ ਜਿਹੜੀ ਖਿੱਚ ਹੈ ਇੰਨੀ ਪ੍ਰਬਲ ਹੈ, ਬੰਦੇ ਨੂੰ ਸੱਚ ਨਾਲੋਂ ਤੋੜ ਦਿੰਦੀ ਹੈ, ਸੱਚ ਦੇ ਮਾਰਗ ਤੋਂ ਡੇਗ ਦਿੰਦੀ ਹੈ। ਪਰ ਇਸ ਮਾਇਆ ਦੇ ਚਿੱਕੜ ਵਿੱਚੋਂ, ਮਾਇਆ ਦੇ ਮੋਹ ਵਿੱਚੋਂ ਕੱਢਣ ਵਾਸਤੇ
ਸਾਡੇ ਕੋਲ ਇੱਕੋ ਹੀ ਹੈ, ਉਹ ਹੈ ਪ੍ਰਮਾਤਮਾ ਦਾ ਨਾਮ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। हे ਵਾਹਿਗੁਰੂ, ਤੇਰਾ ਇੱਕ ਨਾਮ ਸੰਸਾਰ ਨੂੰ ਤਾਰਨ ਵਾਲਾ ਹੈ, ਮਾਇਆ ਦੇ ਚਿੱਕੜ ਵਿੱਚੋਂ, ਮਾਇਆ ਦੇ ਮੋਹ ਵਿੱਚੋਂ ਕੱਢਣ ਵਾਲਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਇਹ ਵੀ ਵਚਨ ਆਖੇ ਨਾ, ਮਾਇਆ ਦਾ ਜਿਹੜਾ ਚਿੱਕੜਾ ਨਾ ਬਹੁਤ ਇਹੋ ਜਿਹਾ ਹੈ। ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੇ ਡੂਬੀ ਹਲੇ। ਜਦੋਂ ਬੰਦਾ ਮਾਇਆ ਦੇ ਚਿੱਕੜ ਅੰਦਰ ਫਸ ਜਾਂਦਾ ਫਿਰ ਤੁਰਿਆ ਨਹੀਂ ਜਾਂਦਾ, ਡੁੱਬ ਜਾਂਦਾ ਮਨ ਕਰਕੇ। ਇਹੀ ਗੱਲ ਮਹਾਰਾਜ ਕਹਿ ਰਹੇ ਨੇ, हे ਵਾਹਿਗੁਰੂ, ਸਾਰੇ ਜੀਵਾਂ ਨੂੰ, ਸਾਨੂੰ ਸਾਰਿਆਂ ਨੂੰ ਤੇਰੇ ਨਾਮ ਦਾ ਆਸਰਾ ਹੈ। ਅਸੀਂ ਸਹੀ ਜੀਵਨ ਜਿਉਂ ਹੀ ਸਕਦੇ ਹਾਂ। ਅਸੀਂ ਸਹੀ ਜੀਵਨ ਤਾਂ ਹੀ ਜਿਉ ਸਕਦੇ ਹਾਂ ਜੇ ਤੇਰਾ ਨਾਮ ਪੱਲੇ ਆ, ਜੇ ਤੇਰਾ ਹੁਕਮ ਸਾਨੂੰ ਚੇਤੇ ਆ, ਜੇ ਤੇਰੀ ਰਜ਼ਾ ਨੂੰ ਸਮਝਿਆ। हे ਪ੍ਰਮਾਤਮਾ ਜੀ, ਫਿਰ ਅਸੀਂ ਜੀਵਨ ਸਹੀ ਜੀ ਸਕਦੇ ਹਾਂ। ਇੱਥੇ ਮਹਾਰਾਜ ਨੇ ਜ਼ਿੰਦਗੀ ਦਾ ਨਿਚੋੜ ਕੀ ਹੈ, ਜ਼ਿੰਦਗੀ ਦਾ ਮੇਨ ਤੱਤ ਕੀ ਹੈ, ਜ਼ਿੰਦਗੀ ਦਾ ਕੇਂਦਰ ਕੀ ਹੈ, ਕਬੀਰ ਜੀ ਇਹ ਗੱਲ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਸਭ ਕੁਝ ਤਿਆਗ ਕੇ, ਸਭ ਕੁਝ ਛੱਡ ਕੇ ਪ੍ਰਮਾਤਮਾ ਦੇ ਹੁਕਮ ਨੂੰ ਕਹਿ ਲਓ, ਰਜ਼ਾ ਨੂੰ ਕਹਿ ਲਓ, ਨਾਮ ਨੂੰ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰ। ਪਹਿਲਾ ਜਿਹੜਾ ਬੰਦ ਹੈ ਜੀ, ਕਬੀਰ ਜੀ ਪਹਿਲੇ ਬੰਦ ਅੰਦਰ ਸਾਡੇ ਸਾਹਮਣੇ ਵਿਚਾਰ ਰੱਖਦੇ ਨੇ। ਕਬੀਰ ਜੀ ਕਹਿ ਰਹੇ ਨੇ, ਨਾਮ ਹੈ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੁੱਟ ਸਮਾਇਆ। ਜੋਗ ਦਾ ਅਰਥ ਗੁਰਬਾਣੀ ਅੰਦਰ ਮਿਲਾਪ ਵੀ ਆਇਆ ਜੀ। ਜੋਗ ਦਾ ਅਰਥ ਹੈ ਜੋਗ ਮਤ ਵਾਲੀਆਂ ਕਿਰਿਆਵਾਂ। ਆਪਾਂ ਜਦੋਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ, ਸਿੱਧ ਗੋਸ਼ਟ ਬਾਣੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਗੀਆਂ ਨਾਲ ਸਵਾਲ ਜਵਾਬ ਨੇ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਬਾਣੀ ਅੰਦਰ ਵੀ ਮਹਾਰਾਜ ਨੇ ਖਿਆਲ ਪ੍ਰਗਟ ਕੀਤਾ। ਮਹਾਰਾਜ ਜਦੋਂ ਇਹ ਗੱਲ ਕਰਦੇ ਨੇ, ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਇੱਥੇ ਵੀ ਜੋਗ ਮਤ ਦੀ ਗੱਲ ਕੀਤੀ ਹੈ। ਜੋਗ ਮਤ ਦੀਆਂ ਕੁਝ ਕਿਰਿਆਵਾਂ ਦੀ ਜੇ ਆਪਾਂ ਗੱਲ ਕਰੀਏ, ਕੰਨਾਂ ਵਿੱਚ ਮੁੰਦਰਾਂ ਪਾ ਲੈਣੀਆਂ, ਪਿੰਡੇ ਤੇ ਸਵਾਲ ਨੂੰ ਮਲਣਾ, ਆਪਣੇ ਵਾਲਾਂ ਦੀਆਂ ਕੇਸਾਂ ਦੀ ਜਟਾਵਾਂ ਬਣਾ ਲੈਣੀਆਂ। ਹੁਣ ਇਹ ਸਭ ਕਾਹਦੇ ਲਈ ਕੀਤਾ ਜਾਂਦਾ ਹੈ? ਗੌਰ ਨਾਲ ਸੁਣਿਓ, ਇਹ ਸਭ ਪ੍ਰਮਾਤਮਾ ਨੂੰ ਪਾਉਣ ਖਾਤਰ ਇਹ ਕਰਮ ਕੀਤੇ ਜਾਂਦੇ ਨੇ। ਗੁਰਬਾਣੀ ਇਹਨਾਂ ਕਰਮਾਂ ਨੂੰ ਮਾਨਤਾ ਨਹੀਂ ਦਿੰਦੀ। ਸਤਿਗੁਰੂ ਮਹਾਰਾਜ ਦੇ ਜਦੋਂ ਅਸੀਂ ਪਾਵਨ ਪਵਿੱਤਰ ਬਚਨਾਂ ਨੂੰ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਇਹਨਾਂ ਬਚਨਾਂ ਨੂੰ ਮਾਨਤਾ ਨਹੀਂ ਦਿੰਦੇ। ਭਾਈ ਗੁਰਦਾਸ ਨੂੰ ਪੜ੍ਹ ਕੇ ਵੇਖ ਲਓ, ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਪੜ੍ਹ ਕੇ ਵੇਖ ਲਓ। ਪਾਤਸ਼ਾਹ ਜੀ ਨੇ ਬੜੇ ਕਮਾਲ ਦੇ ਇੱਕ ਬਚਨ ਕੀਤੇ। ਪਾਤਸ਼ਾਹ ਜੀ ਨੇ ਇੱਕ ਬੋਹੜ ਦੇ ਦਰਖਤ ਦੀ ਉਦਾਹਰਨ ਦਿੱਤੀ। ਬੋਹੜ ਦਾ ਦਰਖਤ ਦੀ ਸਾਹ ਸੰਘਣੀ ਹੁੰਦੀ ਹੈ। ਇਸ ਬੋਹੜ ਦੇ ਦਰਖਤ ਉੱਤੇ ਆਪਾਂ ਅਕਸਰ ਵੇਖਦੇ ਹਾਂ ਵੀ ਥੱਲੇ ਤੱਕ ਲੰਮੀਆਂ ਲੰਮੀ ਜਟਾਵਾਂ ਦੀ ਤਰ੍ਹਾਂ ਇਹ ਵੱਧ ਜਾਂਦਾ ਹੈ। ਪਾਤਸ਼ਾਹ ਜੀ ਨੇ ਇੱਥੇ ਵੀ ਗੱਲ ਜਦੋਂ ਕੀਤੀ ਨਾ, ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਰੱਬ ਨੂੰ ਮਿਲਿਆ ਜਾਂਦਾ, ਰੱਬ ਦੀ ਪ੍ਰਾਪਤੀ ਹੋਣੀ ਸੀ। ਸਤਿਗੁਰੂ ਮਹਾਰਾਜ ਕਹਿੰਦੇ ਬੋਹੜ ਦੇ ਦਰਖਤ ਨੂੰ ਮਿਲ ਜਾਂਦਾ ਰੱਬ। ਬਾਲ ਵਧਾਇਆ ਜੇ ਪਾਈਏ, ਬੜ ਜਟਾ ਪਲਾਸੀ। ਜੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਲੰਮੀਆਂ ਜਟਾਵਾਂ ਦੇ ਨਾਲ ਪ੍ਰਮਾਤਮਾ ਖੁਸ਼ ਹੁੰਦਾ, ਰੱਬ ਖੁਸ਼ ਹੁੰਦਾ, ਕਿਉਂਕਿ ਪ੍ਰਮਾਤਮਾ ਵੱਲੋਂ ਤੇਰਾ ਸਰੀਰ ਸੋਹਣਾ ਘੜਿਆ ਗਿਆ, ਬਣਾਇਆ ਗਿਆ। ਆ ਜਿੰਨਾ ਵੀ ਤੈਨੂੰ ਪ੍ਰਮਾਤਮਾ ਨੇ ਪ੍ਰਦਾਨ ਕੀਤਾ, ਦਿੱਤਾ ਹੈ, ਇਸ ਸਰੀਰ ਦੀ ਕਦਰ ਕਰਿਆ ਕਰ। ਸੋਹਣਾ ਤੈਨੂੰ ਇਹ ਸਰੀਰ ਦਿੱਤਾ ਹੈ, ਸੋਹਣੇ ਤੈਨੂੰ ਕੇਸ ਦਿੱਤੇ ਨੇ। ਮਹਾਰਾਜ ਕਹਿੰਦੇ ਇਹਨਾਂ ਨੂੰ ਬਰਬਾਦ ਕਿਉਂ ਕਰਦਾ? ਜਿਹੜੀ ਮੈਂ ਗੱਲ ਕਰਦਾ ਸੀ ਜੋਗ ਮਤ ਦੀ, ਗੁਰੂ ਨਾਨਕ ਦੀ ਬਾਣੀ, ਬਾਬੇ ਨਾਨਕ ਦਾ ਘਰ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨੂੰ ਪੜ੍ਹ ਕੇ ਵੇਖ ਲਓ ਜੀ। ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ। ਬਨ ਦਾ ਅਰਥ ਜੰਗਲ, ਘਰ-ਬਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਜਾਣਾ, ਪਰਿਵਾਰ ਨੂੰ ਛੱਡ ਕੇ ਪਹਾੜਾਂ ਵਿੱਚ ਚਲੇ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀਆਂ ਗੱਲਾਂ ਵੇਖੀਆਂ ਨੇ ਨੇੜੇ ਹੋ ਕੇ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ।
ਜਿਹਦੇ ਲਈ ਪਰਿਵਾਰ ਛੱਡਿਆ, ਘਰ-ਬਾਰ ਛੱਡਿਆ, ਉਹ ਤਾਂ ਸਰਬ ਨਿਵਾਸੀ ਹੈ, ਉਹਦਾ ਵਾਸਾ ਤਾਂ ਸਾਰੇ ਕਿਤੇ ਹੈ। ਤੇਰੇ ਅੰਦਰ ਵੀ ਸਮਾਇਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੇਰੇ ਅੰਦਰ ਵੀ ਸਮਾਇਆ ਹੋਇਆ। ਕਿਵੇਂ ਸਮਾਇਆ? ਪੂਪ ਮਦ ਜਿਉ ਬਾਸ ਬਸਤ ਹੈ, ਮੂਕਰ ਮਾਹੇ ਜਸਾਈ। ਫੁੱਲ ਦੇ ਅੰਦਰ ਸੁਗੰਧੀ ਹੈ, ਸੁਗੰਧੀ ਨੂੰ ਕਦੇ ਫੜਿਆ ਨਹੀਂ ਜਾ ਸਕਦਾ, ਸੁਗੰਧੀ ਮਹਿਸੂਸ ਕਰਦੇ ਹਾਂ। ਸ਼ੀਸ਼ੇ ਦਾ ਪਰਛਾਵਾਂ ਹੁੰਦਾ, ਪਰਛਾਵੇਂ ਨੂੰ ਅਸੀਂ ਫੜ ਨਹੀਂ ਸਕਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਆਪਣੇ ਆਪ ਨੂੰ ਚੀਨਦਾ ਨਹੀਂ, ਆਪਣੇ ਔਗਣਾਂ ਨੂੰ ਦੂਰ ਨਹੀਂ ਕਰਦਾ, ਭਰਮ ਵਾਲੀ ਕਾਈ ਮਿਟ ਨਹੀਂ ਸਕਦੀ। ਜੇ ਭਰਮ ਭੁਲੇਖਾ ਖਤਮ ਕਰਨਾ ਚਾਹੁੰਦਾ, ਮਹਾਰਾਜ ਕਹਿੰਦੇ ਆ ਜੰਗਲਾਂ ਵਿੱਚ ਤੁਰਿਆ ਨਾ ਫਿਰ। ਜੋ ਕੁਝ ਲੈਣਾ, ਜੋ ਕੁਝ ਪ੍ਰਾਪਤ ਕਰਨਾ, ਤੈਨੂੰ ਸੰਗਤ ਵਿੱਚੋਂ ਮਿਲ ਜਾਣਾ, ਤੈਨੂੰ ਗੁਰੂ ਕੋਲੋਂ ਮਿਲ ਜਾਣਾ। ਆ ਪੁੱਠੇ ਸਿੱਧੇ ਕਰਮ ਜਿੰਨੇ ਵੀ ਕਰਦਾ, ਸਤਿਗੁਰੂ ਮਹਾਰਾਜ ਕਹਿੰਦੇ ਛੱਡ ਦੇ, ਇਹਨਾਂ ਵਿੱਚੋਂ ਕੁਝ ਮਿਲਣ ਵਾਲਾ ਨਹੀਂ ਹੈ। ਇਹ ਜੋਗ ਮਤ ਦੀਆਂ ਕਿਰਿਆਵਾਂ ਤਾਂ ਹੋ ਸਕਦੀਆਂ ਨੇ, ਜੋਗ ਸਾਧਨ ਤਾਂ ਹੋ ਸਕਦੇ ਨੇ, ਰੱਬ ਦੇ ਮਿਲਾਪ ਵਾਲਾ ਰਾਹ ਨਹੀਂ ਹੈ ਇਹ। ਇਸ ਕਰਕੇ ਪਹਿਲਾ ਬੰਦ ਕਬੀਰ ਜੀ ਨੇ ਇਸ ਕਰਕੇ ਇਹ ਬਚਨ ਆਖੇ, ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਵੈਰਾਗ ਨਾ ਛੁੱਟ ਸਮਾਇਆ। ਕਬੀਰ ਜੀ ਪਹਿਲੇ ਬੰਦ ਅੰਦਰ ਕਹਿੰਦੇ, ਨਾ ਮੈਂ ਜੋਗ ਦੇ ਦੱਸੇ ਹੋਏ ਧਿਆਨ ਭਾਵ ਸਮਾਧੀਆਂ ਨੂੰ ਗਹੁ ਨਾਲ ਕੀਤਾ। ਇਹ ਕਿਰਿਆਵਾਂ ਸਾਰੀਆਂ ਕਿਹਦੀਆਂ ਨੇ ਜੀ? ਜੋਗ ਮਤ ਦੀਆਂ ਨੇ। ਵੀ ਸਮਾਧੀ ਲਾ ਕੇ ਬਹਿ ਜਾਣਾ, ਇੱਕ ਤਾਰ ਬੈਠਣਾ। ਠੀਕ ਆ, ਬੰਦਾ ਆਮ ਆਪਾਂ ਨੋਰਮਲ ਵੇਖਦੇ ਹਾਂ ਪਰਿਵਾਰਾਂ ਅੰਦਰ, ਕਈ ਵਾਰ ਬੰਦਾ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਇਕਾਗਰ ਚਿੱਤ ਹੋ ਕੇ ਬਹਿੰਦਾ ਹੈ, ਜੁੜਦਾ ਹੈ, ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ। ਇੱਕ ਵੱਖਰਾ ਵਿਸ਼ਾ ਆ ਗਿਆ, ਕਰਨਾ ਚਾਹੀਦਾ। ਕਈ ਵਾਰ ਅਸਲੀਅਤ ਕੀ ਹੈ, ਜੁੜੇ ਕਿਹਦੇ ਨਾਲ ਆ, ਪਾਉਣਾ ਕਿਹਨੂੰ ਆ, ਸਮਝਣਾ ਕਿਹਨੂੰ, ਉਹ ਸਾਨੂੰ ਪਤਾ ਨਹੀਂ ਹੁੰਦਾ। ਪਰਮਾਤਮਾ ਬਾਰੇ ਸਮਝ ਨਹੀਂ ਆ ਰਹੀ। ਇੱਕ ਤਾਰ ਸਮਾਧੀ ਜ਼ਰੂਰ ਲਾ ਲਈ, ਪਰ ਇਹਦੇ ਵਿੱਚ ਮਨੋਰਥ ਪਤਾ ਕੀ ਹੈ? ਅੱਖੀ ਦਾ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਇਹ ਵੀ ਮਨੋਰਥ ਕਈ ਵਾਰ ਬਣ ਜਾਂਦਾ ਹੈ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਇਸ ਬਚਨ ਅੰਦਰ, ਕਿਉਂਕਿ ਇਸ ਨਾਲ ਵੈਰਾਗ ਪੈਦਾ ਹੁੰਦਾ ਸੀ। ਜੇ ਮੈਂ ਸਮਾਧੀ ਲਾਉਂਦਾ, ਵੈਰਾਗ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ। ਨਾ ਮੈਂ ਜੋਗ ਧਿਆਨ ਚ ਲਾਇਆ, ਜੋਗ ਦੇ ਮੈਂ ਤਾਂ ਜੋਗ ਦੇ ਦੱਸੇ ਹੋਏ ਧਿਆਨ ਭਾਵ ਸਮਾਧੀਆਂ ਨੂੰ ਗੌਰ ਨਾਲ ਨਹੀਂ ਕੀਤਾ, ਕਿਉਂਕਿ ਇਸ ਨਾਲ ਵੈਰਾਗ ਪੈਦਾ ਹੁੰਦਾ ਅੰਦਰ। ਵੈਰਾਗ ਤੋਂ ਬਿਨਾਂ ਮਾਇਆ ਤੋਂ ਖਲਾਸੀ ਨਹੀਂ ਹੁੰਦੀ। ਅੰਦਰ ਵੈਰਾਗ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਅੰਦਰ ਵੈਰਾਗ ਪੈਦਾ ਹੋਵੇਗਾ ਨਾ, ਤਾਂ ਹੀ ਸਾਡੀ ਇਕਸਾਰਤਾ ਉਸ ਪਰਮਾਤਮਾ ਨਾਲ ਬਣੇਗੀ। ਪਾਤਸ਼ਾਹ ਜੀ ਇੱਥੇ ਇਹੀ ਕਹਿ ਰਹੇ ਨੇ, ਵਾਹਿਗੁਰੂ ਨਾਮ ਹੈ, ਤੇਰੇ ਨਾਮ ਨੂੰ ਨਾਲ ਚਿੱਤ ਜੋੜਿਆ, ਨਾ ਅੰਦਰ ਵੈਰਾਗ ਪੈਦਾ ਹੋਇਆ। ਵੈਰਾਗ ਤੋਂ ਬਿਨਾਂ ਮਾਇਆ ਤੋਂ ਖਲਾਸੀ ਨਹੀਂ ਹੋ ਸਕਦੀ। ਜੇ ਵੈਰਾਗ ਪੈਦਾ ਹੋਊ ਤਾਂ ਹੀ ਮਾਇਆ ਤੋਂ ਛੁੱਟਾਂਗੇ। ਇਸ ਕਰਕੇ ਮਹਾਰਾਜ ਕਹਿੰਦੇ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ RAM ਨਾਮ ਆਧਾਰਾ। ਜੀਵਨ ਕਿਹੋ ਜਿਹਾ ਬਣ ਗਿਆ? ਮਾਨੋ ਮਹਾਰਾਜ ਕਹਿੰਦੇ, ਜੇ ਸਾਡੇ ਨਾਮ ਜ਼ਿੰਦਗੀ ਵਿੱਚ ਨਾ ਹੁੰਦਾ, ਜ਼ਿੰਦਗੀ ਦਾ ਆਸਰਾ ਪ੍ਰਮਾਤਮਾ ਦਾ ਨਾਮ ਨਾ ਬਣਦਾ, ਸਾਡਾ ਜੀਵਨ ਕਿਹੋ ਜਿਹਾ ਹੋਣਾ ਸੀ? ਰਹਾਓ ਕਹੋ ਕਬੀਰ ਖੋਜੋ ਅਸਮਾਨ, RAM ਸਮਾਨ ਨਾ ਦੇਖੋ ਆਨ। ਸਤਿਗੁਰ ਕਬੀਰ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ ਜੀ, ਕਬੀਰ ਜੀ ਅਖੀਰ ਦੇ ਵਿੱਚ ਇਹ ਗੱਲ ਸਮਝਾ ਰਹੇ ਨੇ, ਹੇ ਕਬੀਰ ਆਖ ਮੈਂ ਆਕਾਸ਼ ਤੱਕ ਭਾਵ ਸਾਰੀ ਦੁਨੀਆ ਭਾਲ ਕਰ ਚੁੱਕਿਆ, ਪਰ ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ। ਇੱਕ ਪ੍ਰਮਾਤਮਾ ਤੋਂ ਬਿਨਾ, ਇੱਕ ਪਰਮੇਸ਼ਰ ਤੋਂ ਬਿਨਾ ਕੋਈ ਹੋਰ ਨਹੀਂ ਲੱਭਿਆ ਜੋ ਮਾਇਆ ਦੇ ਮੋਹ ਤੋਂ ਬਚਾ ਸਕੇ, ਅਸਲ ਜੀਵਨ ਸਮਝਾ ਸਕੇ। ਇੱਕ ਮਾਲਕ ਪਰਮਾਤਮਾ ਹੀ ਹੈ, ਇੱਕ ਵਾਹਿਗੁਰੂ ਹੀ ਹੈ ਜੋ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੈ ਜੋ ਬੰਦੇ ਦੇ ਜੀਵਨ ਨੂੰ ਨਿਖਾਰਦੀ ਹੈ, ਬੰਦੇ ਦੇ ਜੀਵਨ ਨੂੰ ਘੜਦੀ ਹੈ। ਪਾਤਸ਼ਾਹ ਜੀ ਕਹਿੰਦੇ, ਇਸ ਗੁਰੂ ਤੋਂ ਬਿਨਾ, ਇਸ ਗਿਆਨ ਤੋਂ ਬਿਨਾ ਸਾਡਾ ਜੀਵਨ ਅਧੂਰਾ ਹੈ। ਇਹ ਭਾਈ
ਕਬੀਰ ਜੀ ਕਹਿੰਦੇ ਸਾਰੀ ਦੁਨੀਆ ਭਾਲ ਕਰ ਚੁੱਕਾ, ਤੇਰੇ ਵਰਗਾ, ਤੇਰੇ ਬਰਾਬਰ, ਤੇਰੇ ਤੁੱਲ ਕੋਈ ਨਹੀਂ ਲੱਭਿਆ। ਤੇਰੇ ਵਰਗਾ ਤੂੰ ਹੀ ਹੈ ਜੋ ਮਾਇਆ ਦੇ ਮੋਹ ਤੋਂ, ਗਲਤ ਪਾਸੇ ਦੀ ਖਿੱਚ ਤੋਂ, ਮਾੜੇ ਕਰਮਾਂ ਤੋਂ ਸਾਨੂੰ ਕੱਢ ਸਕਦਾ, ਬਚਾ ਸਕਦਾ ਹੈ। ਇੱਥੇ ਇਹਦਾ ਨਿਚੋੜ ਸ਼ਬਦ ਇਹੋ ਹੈ ਜੀ। ਕਬੀਰ ਜੀ ਇੱਥੇ ਗੱਲ ਕਰਦੇ ਪਏ ਨੇ, ਪ੍ਰਭੂ ਦਾ ਇੱਕ ਨਾਮ ਹੀ ਐਸਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਸਹੀ ਜੀਵਨ ਰਾਹ ਸਿਖਾ ਸਕਦਾ ਹੈ। ਨਾ ਕੋ ਹੋਰ ਵਿਅਕਤੀ ਜੋਗਾਤਕ ਹੋਰ ਸਾਧਨਾ ਨਾਲ ਕੁਝ ਸਾਡੇ ਪੱਲੇ ਪੈ ਸਕਦਾ ਹੈ, ਨਾ ਕੋ ਸਾਨੂੰ ਦਵਾ ਸਕਦਾ ਹੈ। ਯੋਗ ਮਤ ਦੀਆਂ ਕਿਰਿਆਵਾਂ ਸਰੀਰ ਦੇ ਲਈ ਠੀਕ ਹੋ ਸਕਦੀਆਂ ਨੇ ਜੋ ਯੋਗਾ ਕੀਤਾ ਜਾਂਦਾ ਹੈ, ਪਰ ਯੋਗ ਮਤ ਦਾ ਰੱਬ ਪਾਉਣ ਨਾਲ, ਗੁਰਬਾਣੀ ਨਾਲ ਕੋਈ ਵਾਸਤਾ ਨਹੀਂ ਹੈ। ਕਬੀਰ ਜੀ ਇੱਥੇ ਆਪਾਂ ਨੂੰ ਵਿਚਾਰ ਦੇ ਰਹੇ ਨੇ। ਕੱਲ ਦੇ ਦੀਵਾਨਾਂ ਅੰਦਰ ਆਪਾਂ ਜਿਹੜਾ ਅਗਲਾ ਸ਼ਬਦ ਹੈ, ਅਗਲੇ ਸ਼ਬਦ ਦੀ 35 ਨੰਬਰ ਸ਼ਬਦ ਦੀ ਵਿਚਾਰ ਕਰਾਂਗੇ। ਸੋ ਗੁਰੂ ਕਿਰਪਾ ਕਰੇ, ਇੰਨੀ ਬੇਨਤੀ ਪ੍ਰਵਾਨ ਕਰਿਓ ਜੀ। ਆਓ ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ, ਲੜੀਵਾਰ ਵਿਚਾਰ ਚੱਲ ਰਹੀ ਹੈ ਜੀ। ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ 6ਵੀਂ ਪਾਤਸ਼ਾਹੀ। ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ 5 ਪਾਤਸ਼ਾਹੀਆਂ ਤੱਕ ਸਾਡੇ ਗੁਰੂ ਸਾਹਿਬਾਨਾਂ ਦਾ ਜੀਵਨ ਬਿਰਤਾਂਤ ਵਿਚਾਰ ਚੁੱਕੇ ਹਾਂ। ਗੁਰਮੁਖੋ, ਰੋਜ਼ਾਨਾ ਹੀ ਆਪਾਂ ਸੰਖੇਪ, ਸਮਾਂ ਸੀਮਤ ਹੁੰਦਾ, ਸੰਖੇਪ ਵਿਚਾਰ ਕਰਦੇ ਹੁੰਦੇ ਹਾਂ। ਕੱਲ ਆਪਾਂ ਜਿਹੜੀ ਗੱਲ ਕਰ ਰਹੇ ਸੀ, ਜਿਸ ਵਕਤ ਗੁਰੂ ਹਰਗੋਬਿੰਦ ਮਹਾਰਾਜ ਡਰੋਲੀ ਤੋਂ 1.5 ਸਾਲ ਦਾ ਸਮਾਂ ਬਤੀਤ ਕਰਕੇ ਅੱਗੇ ਜੋ ਤਿਆਰੀ ਆਰੰਭ ਕਰਦੇ ਨੇ, ਗੁਰੂ ਨਾਨਕ ਦਾ ਮਾਰਗ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਲੋਕਾਂ ਨੂੰ ਸਮਝਾਉਂਦੇ ਨੇ, ਦੱਸਦੇ ਨੇ ਵੀ ਗੁਰੂ ਨਾਨਕ ਦਾ ਰਾਹ ਕਿਹੜਾ ਹੈ। ਸਾਡੇ ਗੁਰੂ ਸਾਹਿਬਾਨਾਂ ਦੀ ਪਾਵਨ ਪਵਿੱਤਰ ਬਾਣੀ ਸੂਝ ਸਿੱਖਿਆ ਕੀ ਦਿੰਦੀ ਹੈ। ਸਤਿਗੁਰੂ ਮਹਾਰਾਜ ਨੇ ਉਹਨਾਂ ਜਿਨ੍ਹਾਂ ਨੂੰ ਦੱਬੇ ਕੁਚਲੇ ਹਮੇਸ਼ਾ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਨੀਚ, ਨਿਮਾਣੇ, ਨਿਤਾਣੇ, ਬਹੁਤ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਸੀ, ਗੁਰੂ ਹਰਗੋਬਿੰਦ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਸੁਰਜੀਤ ਕੀਤਾ। ਉਹਨਾਂ ਅੰਦਰ ਇੱਕ ਐਸੀ ਸਪਿਰਿਟ ਭਰ ਦਿੱਤੀ, ਉਹ ਲੋਕ ਤਲਵਾਰ ਚੱਕ ਕੇ ਗੁਰੂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਪਏ। ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਸੀ ਬਹੁਤ ਭਿਆਨਕ ਸੀ। ਜਹਾਂਗੀਰ ਨੇ ਧੰਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾ ਦਿੱਤਾ। ਮੁਰਤਜ਼ਾ ਖਾਨ ਵਰਗਿਆਂ ਨੇ ਜਾਂ ਉਹਦੇ ਦਰਬਾਰੀਆਂ ਨੇ, ਜਹਾਂਗੀਰ ਦੇ ਦਰਬਾਰੀਆਂ ਨੇ। ਹੁਣ ਅੱਗੇ ਜੋ ਰਾਹ ਰਹਿ ਗਿਆ ਸੀ, ਇੱਕੋ ਰਾਹ ਸੀ ਵੀ ਇਸ ਜ਼ੁਲਮ ਨੂੰ ਖਤਮ ਕਰਨ ਵਾਸਤੇ, ਇਸ ਜ਼ੁਲਮ ਦਾ ਅੰਤ, ਇਸ ਜ਼ੁਲਮ ਨੂੰ ਖਤਮ ਕਿਵੇਂ ਕੀਤਾ ਜਾਵੇ, ਤਾਂ ਸਾਨੂੰ ਹੱਥ ਵਿੱਚ ਤਲਵਾਰ ਫੜਨੀ ਪਵੇਗੀ। ਗੁਰੂ ਹਰਗੋਬਿੰਦ ਮਹਾਰਾਜ ਨੇ ਹੱਥ ਵਿੱਚ ਤਲਵਾਰ ਨੂੰ ਫੜਿਆ। ਸਭ ਤੋਂ ਪਹਿਲਾ ਕਰਮ ਮਹਾਰਾਜ ਨੇ ਹੁਕਮਨਾਮੇ ਲਿਖਣੇ ਸ਼ੁਰੂ ਕਰ ਦਿੱਤੇ। ਹੁਕਮਨਾਮੇ, ਚਿੱਠੀ ਕਹਿ ਲਓ, ਸੁਨੇਹਾ ਕਹਿ ਲਓ, ਮੈਸੇਜ ਕਹਿ ਲਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਸੰਦਾਂ ਰਾਹੀਂ ਸੰਗਤਾਂ ਅਤੇ ਵਿਸ਼ੇਸ਼ ਕਰਕੇ ਵਪਾਰੀ ਸਿੱਖਾਂ ਨੂੰ, ਕਿਉਂਕਿ ਸਿੱਖ ਵਪਾਰੀ ਹੁੰਦੇ ਸੀ, ਸਿੱਖ ਵਪਾਰ ਕਰਦੇ ਸੀ ਜੀ। ਸਿੱਖਾਂ ਨੂੰ ਵਪਾਰ ਕਰਨ ਵਾਸਤੇ ਗੁਰੂ ਨੇ ਆਖਿਆ ਸੀ। ਤੁਸੀਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚੋਂ ਭਾਈ ਮਨਸੁਖ ਵਪਾਰੀ ਵਾਲੀ ਸਾਖੀ ਪੜ੍ਹੀ ਹੋਵੇਗੀ। ਭਾਈ ਮਨਸੁਖ ਇੱਕ ਵਪਾਰੀ ਸੀ ਲਾਹੌਰ ਦਾ। ਦੂਰ ਦੂਰ ਤੱਕ ਉਹਦੇ ਚਰਚੇ ਸੀ, ਉਹਦੇ ਕੰਮ ਦੇ, ਉਹਦੇ ਕਿਰਦਾਰ ਦੇ। ਵਪਾਰ ਕਰਦਾ ਸੀ ਉਹ। ਗੁਰੂ ਨਾਨਕ ਸਾਹਿਬ ਦਾ ਸਿੱਖ ਹੋਇਆ ਭਾਈ ਮਨਸੁਖ, ਲਾਹੌਰ ਦਾ ਨਿਵਾਸੀ। ਸ਼੍ਰੀਲੰਕਾ ਤੱਕ ਉਹਨੇ ਵਪਾਰ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਦਾ ਘਰ ਹਰ ਇੱਕ ਪੱਖ ਤੇ ਸਾਨੂੰ ਸੁਚੇਤ ਕਰਦਾ। ਆਪਾਂ ਕਿਸੇ ਵੀ ਕਾਰਜ ਦਾ ਕੋਈ ਵਪਾਰ ਕਰਦੇ ਹਾਂ, ਕੰਮ ਕਰਦੇ ਹਾਂ, ਮਾੜੀ ਗੱਲ ਨਹੀਂ ਹੈ। ਜੇ ਸਾਡੇ ਕੰਮ ਅੰਦਰ ਇਮਾਨਦਾਰੀ ਹੈ, ਕੰਮ ਸਾਡਾ ਵਧੀਆ, ਕੰਮ ਕੋਈ ਨਹੀਂ ਮਾੜਾ ਹੁੰਦਾ ਜੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਮਹਾਰਾਜ ਨੇ ਹੁਕਮਨਾਮੇ ਲਿਖੇ, ਵਪਾਰੀ ਸਿੱਖਾਂ ਨੂੰ ਇਹ ਮੈਸੇਜ ਭੇਜਿਆ, ਸੁਨੇਹਾ ਭੇਜਿਆ। ਪਹਿਲਾਂ ਜਿਹੜੇ ਦਸਬੰਧ ਲੈ ਕੇ ਆਉਂਦੇ ਸੀ, ਮਸੰਦ, ਹੁਣ ਮਹਾਰਾਜ ਨੇ ਇਹ ਗੱਲ ਆਖੀ, ਭਾਈ ਤੁਸੀਂ ਦਸਬੰਧ ਨਾ ਲੈ ਕੇ ਆਵੋ। ਹੁਣ ਗੁਰੂ ਦਰਬਾਰ ਵਿੱਚ
ਵਧੀਆ ਘੋੜਿਆਂ ਦੀ ਲੋੜ ਹੈ, ਵਧੀਆ ਸ਼ਾਸਤਰਾਂ ਦੀ ਲੋੜ ਹੈ। ਵਧੀਆ ਤੋਂ ਵਧੀਆ ਅਰਬੀ ਨਸਲ ਦੇ ਘੋੜੇ, ਕਾਬਲ ਤੋਂ ਘੋੜੇ ਆਇਆ ਕਰਦੇ ਸੀ ਜੀ ਗੁਰੂ ਦਰਬਾਰ ਵਿੱਚ, ਕਿਉਂਕਿ ਸਮਾਂ ਜੰਗਾਂ ਯੁੱਧਾਂ ਦਾ ਸੀ। ਹਰਗੋਬਿੰਦ ਮਹਾਰਾਜ ਨੇ ਘੋੜਿਆਂ ਦੀ ਮੰਗ ਕੀਤੀ। ਵਧੀਆ ਤੋਂ ਵਧੀਆ ਸ਼ਾਸਤਰ ਖਰੀਦਣ ਵਾਸਤੇ ਮਹਾਰਾਜ ਨੇ ਕਿਹਾ, ਹਥਿਆਰਬੰਦ ਹੋਣ ਵਾਸਤੇ ਮਹਾਰਾਜ ਨੇ ਕਿਹਾ। ਜਿੰਨੀ ਵੀ ਦਸਬੰਧ ਦੀ ਮਾਇਆ ਇਕੱਠੀ ਕੀਤੀ ਜਾਂਦੀ ਸੀ, ਸਾਰੀ ਦਸਬੰਧ ਦੀ ਮਾਇਆ ਘੋੜਿਆਂ ਦੇ ਉੱਤੇ, ਸ਼ਾਸਤਰਾਂ ਦੇ ਉੱਤੇ ਖਰਚ ਹੋਣ ਲੱਗ ਪਈ। ਤਰੀਖੇ ਪੰਜਾਬ ਦਾ ਲਿਖਾਰੀ ਇੱਕ ਲਿਖਦਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਾਸਤਰ ਇਕੱਠੇ ਕਰਨ ਬਾਰੇ ਦੂਰ ਨੇੜੇ ਸਭ ਸਿੱਖਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਅਤੇ ਬਚਨ ਕੀਤਾ ਕਿ ਜਿਹੜਾ ਸਿੱਖ ਚੰਗੇ ਘੋੜੇ, ਹਥਿਆਰ ਵਧੀਆ ਲੈ ਕੇ ਆਵੇਗਾ, ਹਥਿਆਰ ਗੁਰੂ ਦਰਬਾਰ ਵਿੱਚ ਭੇਟ ਕਰੇਗਾ, ਉਹ ਗੁਰੂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਇਤਿਹਾਸਕਾਰ ਇਹ ਗੱਲਾਂ ਲਿਖਦੇ ਨੇ ਜੀ ਇਤਿਹਾਸ ਵਿੱਚ ਵੀ ਮਹਾਰਾਜ ਨੇ ਇਹ ਹੁਕਮਨਾਮਾ ਜਾਰੀ ਕੀਤਾ ਵੀ ਜਿਹੜਾ ਸਿੱਖ, ਜਿਹੜਾ ਮਾਈ ਭਾਈ ਗੁਰੂ ਦਰਬਾਰ ਵਿੱਚ ਵਧੀਆ ਘੋੜੇ ਤੇ ਵਧੀਆ ਸ਼ਾਸਤਰ ਭੇਟ ਕਰੇਗਾ ਨਾ, ਉਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ ਜੀ। ਕਿਉਂਕਿ ਗੁਰੂ ਘਰ ਦਾ ਪ੍ਰਬੰਧ ਇੱਕ ਬੰਦਾ ਨਹੀਂ ਚਲਾਉਂਦਾ ਹੁੰਦਾ, ਗੁਰੂ ਘਰ ਦਾ ਪ੍ਰਬੰਧ ਸੰਗਤਾਂ ਚਲਾਉਂਦੀਆਂ ਨੇ। ਗੁਰੂ ਘਰ ਦਾ ਪ੍ਰਬੰਧ ਸੰਗਤਾਂ ਦੇ ਰਾਹੀਂ ਚੱਲਦਾ ਹੈ। ਜੇ ਕੋਈ ਇਹ ਦਾਅਵਾ ਕਰੇ ਵੀ ਮੈਂ ਗੁਰੂ ਘਰ ਦਾ ਪ੍ਰਬੰਧ ਚਲਾਉਣਾ, ਮੇਰੇ ਤੋਂ ਬਿਨਾਂ ਇਹ ਪ੍ਰਬੰਧ ਚੱਲਣਾ ਨਹੀਂ, ਸਾਡਾ ਭੁਲੇਖਾ ਹੈ ਜੀ। ਇੱਥੇ ਤਾਂ ਬਹੁਤ ਆਏ, ਬਹੁਤ ਚਲੇ ਗਏ। ਇਹ ਗੁਰੂ ਦਾ ਕਾਰਜ ਕਦੇ ਰੁਕਿਆ ਨਹੀਂ ਕਰਦਾ। ਸਾਡੇ ਘਰ ਦੇ ਕਾਰਜ ਰੁਕ ਜਾਂਦੇ ਨੇ, ਘਰ ਦੇ ਕੰਮ ਕਾਜ ਰੁਕ ਸਕਦੇ ਨੇ, ਪਰ ਗੁਰੂ ਦੇ ਘਰ ਦਾ ਕਾਰਜ ਨਿਰੰਤਰ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਇਹ ਕਾਰਜ ਨਿਰੰਤਰ ਚੱਲਦਾ ਰਿਹਾ। ਇਸ ਤਰ੍ਹਾਂ ਸਿੱਖਾਂ ਦੇ ਕੋਲ ਬੇਅੰਤ ਘੋੜੇ ਅਤੇ ਅਸਲੇ ਖਾਨੇ ਵਿੱਚ ਚੰਗੇ ਸ਼ਸਤਰ ਜਮ੍ਹਾਂ ਹੋ ਗਏ, ਚੰਗੇ ਘੋੜੇ ਆ ਗਏ, ਚੰਗੇ ਸ਼ਸਤਰ ਆ ਗਏ। ਭਾਈ ਸੰਤੋਖ ਸਿੰਘ ਜੀ ਅਨੁਸਾਰ ਵੀ ਗੁਰਸਿੱਖਾਂ ਨੇ ਜਿਹੜਾ ਧਨ ਖਰਚ ਕੇ ਵਧੀਆ ਘੋੜੇ ਸ਼ਸਤਰ ਗੁਰੂ ਦਰਬਾਰ ਵਿੱਚ ਭੇਟ ਕੀਤੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਈ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਵਿੱਚ ਇਹ ਗੱਲਾਂ ਵੀ ਲਿਖਦੇ ਨੇ, ਸੁਨ ਸਿੱਖਣ ਜੋ ਗੁਰ ਕੀ ਕਾਰ, ਖਰਚਿਓ ਦਰਬ ਲੇਨ ਹਥਿਆਰ। ਸਾਡੇ ਛੇਵੇਂ ਪਾਤਸ਼ਾਹ ਦਾ ਹੁਕਮ ਹੈ, ਸਨੇਹ ਹੈ, ਗੁਰੂ ਦਾ ਇਹ ਸਨੇਹ ਹੈ। ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿੰਦੇ ਖਰਚਿਓ ਦਰਬ, ਦਰਬ ਦਾ ਅਰਥ ਹੁੰਦਾ ਪੈਸਾ, ਧਨ, ਲੇਨ ਹਥਿਆਰ, ਹਥਿਆਰ ਲੈਣ ਵਾਸਤੇ ਪੈਸਾ ਖਰਚੋ। ਜ਼ਾਲਮ ਨੂੰ, ਜ਼ਾਲਮ ਲੋਕਾਂ ਤੋਂ ਆਮ ਜਨਤਾ ਨੂੰ ਬਚਾਉਣ ਖਾਤਰ, ਜ਼ੁਲਮ ਦਾ ਨਾਸ਼ ਖਾਤਰ, ਨਾਸ਼ ਖਤਮ ਕਰਨ ਵਾਸਤੇ, ਜ਼ੁਲਮ ਨੂੰ ਖਤਮ ਕਰਨ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਦੇ ਲਈ ਤੁਹਾਡੇ ਕੋਲ ਹਥਿਆਰ ਹੋਣੇ ਬਹੁਤ ਜ਼ਰੂਰੀ ਨੇ ਗੁਰਸਿੱਖੋ। ਚੰਚਲ ਤੁਰੰਗ ਮੋਲ ਕਰ ਲਏ, ਚੰਚਲ ਤੁਰੰਗ ਘੋੜੇ, ਵਧੀਆ ਕਿਸਮ ਦੇ ਘੋੜੇ ਮੁੱਲ ਲੈ ਕੇ ਆਏ। ਗੁਰ ਪ੍ਰਸੰਨਤਾ ਚਾਹਿਤ ਕੀਏ, ਗੁਰੂ ਦੀ ਖੁਸ਼ੀ ਪ੍ਰਾਪਤ ਕਰੀ ਉਹਨਾਂ ਲੋਕਾਂ ਨੇ। ਰਾਈਟਰ ਬੜੇ ਵੱਡੇ ਲਿਖਾਰੀ ਇਹ ਗੱਲ ਵੀ ਲਿਖਦੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਮਹਿਸੂਸ ਕਰ ਲਿਆ ਸੀ ਕਿ ਸ਼ਸਤਰਾਂ ਦੇ ਬਿਨਾਂ ਸਿੱਖ ਦੀ ਜਿਹੜੀ ਕੌਮੀ ਉਸਾਰੀ ਹੈ, ਜਥੇਬੰਦੀ ਬਣਨਾ ਮੁਸ਼ਕਲ ਹੈ। ਕਿਉਂਕਿ ਸ਼ਸਤਰ ਹੋਣਗੇ ਸਾਡੇ ਕੋਲ, ਫੇਰ ਹੀ ਜ਼ੁਲਮ ਨੂੰ ਦੂਰ ਕਰਕੇ ਅਸੀਂ ਇੱਕ ਜਥੇਬੰਦ ਢਾਂਚਾ ਕਾਇਮ ਕਰ ਸਕਦੇ ਹਾਂ। ਗੁਰੂ ਅਰਜਨ ਸਾਹਿਬ ਨੇ ਬਹੁਤ ਪਹਿਲਾ ਸਮਾਂ ਹਰਗੋਬਿੰਦ ਮਹਾਰਾਜ ਨੂੰ, ਗੁਰੂ ਕੇ ਸਿੱਖਾਂ ਨੂੰ ਗੱਲ ਸਮਝਾ ਦਿੱਤੀ ਸੀ ਵੀ ਅਗਲਾ ਸਮਾਂ ਭਾਈ ਹਥਿਆਰਾਂ ਵਾਲਾ ਵੀ ਆਉਣਾ ਪਵੇ, ਹਥਿਆਰ ਵੀ ਚੁੱਕਣੇ ਪੈਣ, ਚੁੱਕ ਸਕਦੇ ਹੋ ਤੁਸੀਂ। ਜੇ ਕੋਈ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਸਿੱਖਿਆਵਾਂ ਦਾ ਜੇ ਅਸੀਂ ਅਮਲੀ ਜਾਮੇ ਦੀ ਗੱਲ ਕਰੀਏ, ਉਹ ਪਹਿਨਾਇਆ ਹਰਗੋਬਿੰਦ ਮਹਾਰਾਜ ਨੇ ਛੇਵੀਂ ਥਾਂ ਤੇ ਗੱਦੀ ਤੇ ਬਹਿ ਕੇ ਕਿਰਪਾਨ ਪਹਿਨ ਕੇ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ, ਕਿਰਪਾਨਾਂ ਪਹਿਨਣੇ ਸ਼ੁਰੂ ਕਰ ਦਿੱਤੀਆਂ। ਕਿਉਂਕਿ ਮਹਾਰਾਜ ਪਹਿਲਾਂ ਹੀ ਤੋਂ ਕਿਰਪਾਨਾਂ ਰੱਖਦੇ ਸੀ, ਹਥਿਆਰ ਵੀ ਰੱਖਦੇ ਸੀ। ਈਵਨ ਇੱਥੇ ਇਤਿਹਾਸਕਾਰ ਇਹ ਵੀ ਲਿਖਦੇ ਨੇ, ਪਾਤਸ਼ਾਹ ਜੀ ਸ਼ਾਸਤਰ ਚਲਾਉਣ ਦੇ ਜਿਹੜੇ ਮਾਹਰ ਹੁੰਦੇ ਸੀ ਨਾ, ਜਿਨ੍ਹਾਂ ਨੂੰ ਸ਼ਾਸਤਰ ਵਧੀਆ ਚਲਾਉਣਾ ਆਉਂਦਾ ਸੀ, 52 ਐਸੇ ਸੂਰਮੇ ਭਰਤੀ ਕਰ ਲਏ ਮਹਾਰਾਜ ਨੇ
ਗੁਰੂ ਹਰਗੋਬਿੰਦ ਮਹਾਰਾਜ ਨੇ ਇੱਕ ਫੌਜ ਤਿਆਰ ਕੀਤੀ ਹੈ। ਉਸ ਫੌਜ ਵਿੱਚ 52 ਐਸੇ ਸੂਰਮੇ ਤਿਆਰ ਕੀਤੇ ਜਿਨ੍ਹਾਂ ਨੂੰ ਸ਼ਸਤਰ ਬਹੁਤ ਵਧੀਆ ਚਲਾਉਣੇ ਆਉਂਦੇ ਸੀ। ਬਾ ਕਮਾਲ ਦੇ ਉਹ ਸ਼ਸਤਰ ਚਲਾਉਂਦੇ ਸੀ। ਅੰਗ ਰੱਖਿਅਕ ਵਜੋਂ ਗੁਰੂ ਹਰਗੋਬਿੰਦ ਮਹਾਰਾਜ ਉਹਨਾਂ ਨੂੰ ਆਪਣੇ ਨਾਲ ਰੱਖਦੇ ਸੀ। ਜਿਨ੍ਹਾਂ ਨੂੰ ਵਧੀਆ ਸ਼ਸਤਰ ਚਲਾਉਣੇ ਆਉਂਦੇ ਸੀ, ਵਧੀਆ ਕੱਦ ਕਾਠ ਹੁੰਦੇ ਸੀ ਜਿਨ੍ਹਾਂ ਦੇ, ਉਹਨਾਂ ਗੁਰੂ ਕੇ ਸਿੱਖਾਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਨਾਲ ਰੱਖਦੇ ਸੀ। ਨਾਲ ਪਤਾ ਕਿਉਂ ਰੱਖਦੇ ਸੀ? ਜਿਵੇਂ ਅੱਜ ਆਪਾਂ ਸਿਕਿਉਰਿਟੀ ਕਹਿ ਦਿੰਦੇ ਹਾਂ ਵੀ ਸਿਕਿਉਰਿਟੀ ਰੱਖੀ ਹੋਈ ਹੈ, ਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ ਵੀ ਅੰਗ ਰੱਖਿਅਕ ਵਜੋਂ ਬੜੇ ਸਿੱਖ, ਤਕੜੇ ਸਿੱਖ ਰਿਹਾ ਕਰਦੇ ਸੀ। ਹਕੂਮਤ ਨਾਲ ਟੱਕਰ ਲੈਣੀ ਕੋਈ ਸੌਖੀ ਗੱਲ ਨਹੀਂ ਹੁੰਦੀ। ਹਕੂਮਤ ਨਾਲ, ਸਮੇਂ ਦੀ ਸਰਕਾਰ ਨਾਲ, ਸਮੇਂ ਦੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਕੋਲ ਸਭ ਕੁਝ ਆ, ਉਹਨਾਂ ਨਾਲ ਟੱਕਰ ਲੈਣੀ ਕੋਈ ਸੌਖੀ ਗੱਲ। ਇਸ ਕਰਕੇ ਮਹਾਰਾਜ ਉਸ ਸਮੇਂ ਜਾਨ ਨੂੰ ਵੀ ਬਹੁਤ ਵੱਡਾ ਖਤਰਾ ਰਹਿੰਦਾ ਸੀ। ਅੰਗ ਰੱਖਿਆ ਵਜੋਂ ਸਿੱਖ ਆਪਣੇ ਨਾਲ ਰੱਖਦੇ ਸੀ। ਮਹਾਰਾਜ ਸ਼ਿਕਾਰ ਖੇਡਣ ਜਾਇਆ ਕਰਦੇ ਸੀ। ਅੰਮ੍ਰਿਤਸਰ ਦੇ ਦੁਆਲੇ ਜਿਹੜੇ ਜੰਗਲ ਨੇ, ਜੂਹਾਂ ਵਿੱਚ ਮਹਾਰਾਜ ਜਾਂਦੇ ਸੀ। ਸ਼ਹਿਰਾਂ ਤੋਂ ਪਹਾੜਾਂ ਵਾਲੇ ਪਾਸੇ ਜਾਂਦੇ ਸੀ। ਸਿਆਲਕੋਟ ਵਾਲੀ ਸੜਕ 'ਤੇ ਮਹਾਰਾਜ ਜਾਂਦੇ ਸੀ। ਸਾਰੇ ਪਾਸੇ ਮਹਾਰਾਜ ਨਾਲੇ ਰਸਤਿਆਂ ਦੇ ਜਾਣੂ ਹੁੰਦੇ ਗਏ, ਨਾਲੇ ਇਸ ਇਲਾਕੇ ਦੇ ਭੇਤੀ ਹੁੰਦੇ ਗਏ। ਲਾਹੌਰ ਤੋਂ ਵੀ ਮੁਗਲ ਹਾਕਮ ਜਿਹੜੇ ਸੀ ਉਹ ਸ਼ਿਕਾਰ ਖੇਡਣ ਆਇਆ ਕਰਦੇ ਸੀ। ਜਿੱਥੇ ਮਹਾਰਾਜ ਦੀ ਛਾਉਣੀ ਹੁੰਦੀ ਸੀ, ਲਾਹੌਰ ਤੋਂ ਵੀ ਜਿਹੜੇ ਮੁਗਲ ਹਾਕਮ ਹੁੰਦੇ ਉਹ ਵੀ ਸ਼ਿਕਾਰ ਖੇਡਦੇ ਸੀ। ਮਹਾਰਾਜ ਵੀ ਸ਼ਿਕਾਰ ਖੇਡਣ ਜਾਇਆ ਕਰਦੇ ਸੀ। ਹੌਲੀ ਹੌਲੀ ਸਿੱਖ ਸੈਨਿਕ ਦੀ ਜਿਹੜੀ ਗਿਣਤੀ ਵਿੱਚ ਵਾਧਾ ਹੋਣ ਲੱਗਿਆ। ਸਿੱਖਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਗਈ। ਮਾਝੇ ਦੇ ਸਿੰਘ, ਦੁਆਬੇ ਦੇ ਸਿੰਘ, ਮਾਲਵੇ ਦੇ ਸਿੰਘ, ਗੱਭਰੂ ਜਵਾਨੀਆਂ ਭੇਟ ਕਰਨ ਲੱਗ ਪਏ ਗੁਰੂ ਨੂੰ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਜੀ, ਇੱਥੇ ਸਿੱਖ ਗੱਭਰੂ ਸੀ ਨਾ ਜਿਹੜੇ ਦੂਰੋਂ ਆ ਕੇ ਮਹੀਨਿਆਂ ਵੱਧੀ ਮਾਝੇ ਤੋਂ ਸੰਗਤ ਆਉਂਦੀ ਸੀ, ਮਾਲਵੇ ਤੋਂ ਆਉਂਦੀ ਸੀ, ਦੁਆਬੇ ਤੋਂ ਆਉਂਦੀ ਸੀ। ਉਹ ਇਸ ਦਰਬਾਰ ਸਾਹਿਬ ਦੀ ਧਰਤੀ ਤੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਮਹੀਨਾ ਲਾ ਕੇ ਜਾਇਆ ਕਰਦੇ ਸੀ। 1 ਮਹੀਨੇ ਦੀ ਸੇਵਾ, 2 ਮਹੀਨਿਆਂ ਦੀ ਸੇਵਾ, ਨਾਲ ਉਹ ਸੇਵਾ ਕਰਦੇ, ਨਾਲ ਇੱਥੇ ਹਰਗੋਬਿੰਦ ਮਹਾਰਾਜ ਉਹਨਾਂ ਗੱਭਰੂਆਂ ਨੂੰ, ਉਹਨਾਂ ਸਿੱਖਾਂ ਨੂੰ ਸ਼ਸਤਰਾਂ ਦੀ ਟ੍ਰੇਨਿੰਗ ਦਿਆ ਕਰਦੇ ਸੀ। ਹਥਿਆਰ ਚਲਾਉਣਾ ਸਿਖਾਇਆ ਕਰਦੇ ਸੀ ਵੀ ਭਾਈ ਉਹਨਾਂ ਜ਼ਾਲਮ ਲੋਕਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਸ਼ਸਤਰ ਵਿੱਦਿਆ ਲੈਂਦੇ ਸਨ ਅਤੇ ਆਪਣੇ ਘਰੇ ਕਿਰਤ ਕਰਦੇ, ਗੁਰੂ ਦੇ ਦਰਬਾਰ ਵਿੱਚ ਆ ਕੇ ਸੇਵਾ ਕਰਦੇ, ਸ਼ਸਤਰ ਵਿੱਦਿਆ ਲੈਂਦੇ। ਇਸ ਤਰ੍ਹਾਂ ਗੁਰੂ ਕੀ ਫੌਜ ਆ ਜਿਹੜੀ, ਗੁਰੂ ਕੀ ਫੌਜ ਅੰਦਰ ਵਾਧਾ ਹੋਣ ਲੱਗ ਪਿਆ। ਵਧੀਆ ਸੋਹਣੇ ਤਰੀਕੇ ਨਾਲ ਗੁਰੂ ਕੀ ਫੌਜ ਵਧਣ ਲੱਗ ਪਈ। ਇਹ ਫੌਜ ਜਿਹੜੀ ਤਿਆਰ ਕੀਤੀ ਹੈ ਗੁਰੂ ਹਰਗੋਬਿੰਦ ਮਹਾਰਾਜ ਨੇ, ਇਹ ਜ਼ਾਲਮ ਲੋਕਾਂ ਨੂੰ ਖਤਮ ਕਰਨ ਵਾਸਤੇ ਕੀਤੀ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਜਿਹੜੀ ਅੱਗੇ ਵਿਚਾਰ ਕਰਾਂਗੇ ਜੀ, ਉਹ ਆਪਾਂ ਵਿਚਾਰ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ, ਕਿਵੇਂ ਮਹਾਰਾਜ ਨੇ ਸਿਰਜਿਆ ਅਕਾਲ ਤਖਤ। ਇਹ ਸਾਰੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਇੰਨੀ ਬੇਨਤੀ ਪ੍ਰਵਾਨ ਕਰਿਓ, ਗੁਰੂ ਕਿਰਪਾ ਕਰੇ ਜੀ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ